ਦੋਸਤੋ ਅੱਜ ਅਸੀਂ ਤੁਹਾਨੂੰ ਦੱਸਾਂਗੇ ਕਿ ਸਾਡੇ ਸਰੀਰ ਦੀਆਂ ਨਾੜੀਆਂ ਕਮਜ਼ੋਰ ਹੋਣ ਦਾ ਕੀ ਕਾਰਨ ਹੁੰਦਾ ਹੈ ਤੇ ਨਾਲ ਹੀ ਅਸੀਂ ਤੁਹਾਨੂੰ ਦੱਸਾਂਗੇ ਇਸ ਦੇ ਘਰੇਲੂ ਉਪਾਅ ਦੇ ਬਾਰੇ ਜਿਸ ਦਾ ਪ੍ਰਯੋਗ ਕਰਕੇ ਤੁਸੀਂ ਆਪਣੇ ਘਰ ਬੈਠੇ ਹੀ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹਾਂ। ਤਾਂ ਦੋਸਤੋ ਸਭ ਤੋਂ ਪਹਿਲਾਂ ਸਾਡੇ ਲਈ ਇਹ ਜਾਣਨਾ ਬਹੁਤ ਹੀ ਜ਼ਰੂਰੀ ਆ ਕਿ ਆਖਿਰ ਇਹ ਨਸਾਂ ਦੀ ਕਮਜ਼ੋਰੀ ਜਾਨੀ ਕਿ ਨਾੜਾਂ ਦੀ ਕਮਜ਼ੋਰੀ ਹੈ ਕੀ ਤੇ ਇਸ ਦੇ ਕੀ ਲੱਛਣ ਹੁੰਦੇ ਆ ਤੇ ਕਿੱਦਾਂ ਅਸੀਂ ਜਾਣ ਸਕਦੇ ਹਾਂ ਕਿ ਸਾਡੀਆਂ ਨਾੜੀਆਂ ਕਮਜ਼ੋਰ ਆ। ਦੇਖੋ ਪਹਿਲਾਂ ਤਾਂ ਸਭ ਤੋਂ ਵੱਡਾ ਸੰਕੇਤ ਇਹ ਆ ਕਿ ਸਾਡੀ ਯਾਦਦਾਸ਼ਤ ਕਮਜ਼ੋਰ ਪੈਣ ਲੱਗ ਜਾਂਦੀ ਆ। ਅਸੀਂ ਕੋਈ ਸਮਾਨ ਰੱਖ ਕੇ ਭੁੱਲ ਜਾਂਦੇ ਆ ਕਿ ਸਮਾਨ ਕਿੱਥੇ ਰੱਖਿਆ ਸੀ। ਦੇਖੋ ਇੰਨਾ ਹੀ ਨਹੀਂ, ਕਈ ਲੋਕ ਥੋੜੀ ਦੇਰ ਪਹਿਲਾਂ ਕੀ ਗੱਲ ਕੀਤੀ ਸੀ ਉਹ ਵੀ ਭੁੱਲ ਜਾਂਦੇ ਆ। ਦੇਖੋ ਕਈਆਂ ਨੂੰ ਚੱਕਰ ਆਉਂਦੇ ਆ ਤੇ ਅੱਖਾਂ ਦੇ ਮੂਹਰੇ ਹਨੇਰਾ ਆਉਂਦਾ ਆ। ਦੇਖੋ ਇਹ ਸਾਰੀਆਂ ਸਮੱਸਿਆਵਾਂ ਉਦੋਂ ਹੀ ਹੁੰਦੀਆਂ ਜਦੋਂ ਸਾਡੇ ਖੂਨ ਦਾ ਬਹਾਵ ਸਾਡੇ ਸਰੀਰ ਦੀਆਂ ਨਾੜੀਆਂ ਰਾਹੀਂ ਹੁੰਦਾ ਹੋਇਆ ਸਰੀਰ ਦੇ ਕਿਸੇ ਹਿੱਸੇ ਤੱਕ ਸਹੀ ਨਹੀਂ ਪਹੁੰਚਦਾ, ਜਿਹਦੇ ਕਾਰਨ ਸੋਚਣ ਤੇ ਸਮਝਣ ਦੀ ਸ਼ਕਤੀ ਘਟਦੀ ਆ। ਇਸ ਤੋਂ ਇਲਾਵਾ ਦੇਖੋ ਨਿਗਾਹ ਦੀ ਕਮਜ਼ੋਰੀ, ਸੁਣਨ ਸ਼ਕਤੀ ਘਟ ਜਾਣੀ ਤੇ ਚੀਜ਼ਾਂ ਨੂੰ ਮਹਿਸੂਸ ਕਰਨ ਦੀ ਸ਼ਕਤੀ ਵੀ ਘਟ ਜਾਂਦੀ ਆ। ਇਸ ਤੋਂ ਇਲਾਵਾ ਬਹੁਤ ਸਾਰੇ ਲੱਛਣ ਐਸੇ ਆ ਜੋ ਕਿ ਸਾਡੇ ਸਰੀਰ ਵਿੱਚ ਦੇਖਣ ਨੂੰ ਮਿਲਦੇ ਆ, ਜਿਵੇਂ ਕਿ ਮਾਸਪੇਸ਼ੀਆਂ ਤੇ ਨਾੜੀਆਂ ਦੀ ਕਮਜ਼ੋਰੀ ਦੇ ਨਾਲ ਸਰੀਰ ਵਿੱਚ ਜਕੜਨ ਤੇ ਖਿੱਚ ਪੈਣੀ ਸ਼ੁਰੂ ਹੋ ਜਾਂਦੀ ਆ। ਇਸ ਤੋਂ ਇਲਾਵਾ ਜਿੱਥੇ ਸਾਡੇ ਸਰੀਰ ਦੀਆਂ ਜ਼ਿਆਦਾ ਨਾੜੀਆਂ ਕਮਜ਼ੋਰ ਹੁੰਦੀਆਂ ਆ, ਦੇਖੋ ਉੱਥੇ ਦਰਦ ਦੀ ਸਮੱਸਿਆ ਰਹਿਣੀ ਸ਼ੁਰੂ ਹੋ ਜਾਂਦੀ ਹੈ। ਤੇ ਦੋਸਤੋ ਇਹ ਸਾਡੀ ਛੋਟੀ ਜੀ ਨਾੜੀਆਂ ਦੀ ਕਮਜ਼ੋਰੀ ਸਾਡੇ ਸਰੀਰ ਦੇ ਵਿੱਚ ਬਹੁਤ ਸਾਰੇ ਭੈੜੇ ਰੋਗਾਂ ਨੂੰ ਜਨਮ ਦੇ ਸਕਦੀ ਆ। ਦੋਸਤੋ ਜੇ ਅਸੀਂ ਇਸ ਦੇ ਕਾਰਨ ਦੀ ਗੱਲ ਕਰੀਏ ਕਿ ਨਾੜੀਆਂ ਦੀ ਕਮਜ਼ੋਰੀ ਕਿਉਂ ਹੁੰਦੀ ਆ, ਤਾਂ ਦੇਖੋ ਇਸ ਦੇ ਬਹੁਤ ਸਾਰੇ ਕਾਰਨ ਹੁੰਦੇ ਆ, ਜਿਵੇਂ ਕਿ ਡਾਇਬਟੀਜ਼ ਜਾਨੀ ਕਿ ਸ਼ੂਗਰ ਦੇ ਕਾਰਨ, ਜਾਂ ਕੋਈ ਸੱਟ ਚੋਟ ਲੱਗਣ ਦੇ ਕਾਰਨ, ਸੋਜਿਸ਼ ਦੇ ਕਾਰਨ, ਜਾਂ ਫਿਰ ਕੋਈ ਸਰੀਰ ਦਾ ਅੰਗ ਡੈਮੇਜ ਹੋਣ ਦੇ ਨਾਲ ਵੀ ਨਾੜੀਆਂ ਕਮਜ਼ੋਰ ਪੈ ਜਾਂਦੀਆਂ ਹੈ। ਇਸ ਤੋਂ ਇਲਾਵਾ ਜ਼ਿਆਦਾ ਡਰਿੰਕ ਕਰਨ ਦੇ ਨਾਲ, ਜਾਂ ਫਿਰ ਸਹੀ ਡਾਈਟ ਤੇ ਸਹੀ ਖੁਰਾਕ ਨਾ ਖਾਣ ਦੇ ਨਾਲ ਸਰੀਰ ਵਿੱਚ ਨਿਊਟ੍ਰੀਸ਼ਨ ਦੀ ਕਮੀ ਹੋਣ ਦੇ ਕਾਰਨ ਵੀ, ਤੇ ਜੇ ਕੋਈ ਸਰੀਰ ਦੇ ਵਿੱਚ ਟਿਊਮਰ ਬਣਿਆ ਹੈ ਜਾਂ ਫਿਰ ਕੈਂਸਰ ਵਰਗੀ ਭਿਆਨਕ ਬਿਮਾਰੀ ਦੇ ਕਾਰਨ ਵੀ ਇਹ ਨਸਾਂ ਕਮਜ਼ੋਰ ਪੈ ਜਾਂਦੀਆਂ ਹੈ। ਦੇਖੋ ਜੇਕਰ ਸਾਡੇ ਸਰੀਰ ਦੀਆਂ ਕਿਡਨੀਆਂ ਦੇ ਵਿੱਚ ਜਾਂ ਲਿਵਰ ਦੇ ਵਿੱਚ ਕੋਈ ਸਮੱਸਿਆ ਰਹਿੰਦੀ ਆ, ਪੇਟ ਦੀ ਖਰਾਬੀ ਰਹਿੰਦੀ ਆ ਤੇ ਪੇਟ ਦਾ ਚੰਗੀ ਤਰ੍ਹਾਂ ਸਾਫ਼ ਨਾ ਹੋਣਾ, ਜਿਹਦੇ ਕਾਰਨ ਸਰੀਰ ਦੇ ਵਿੱਚ ਗੰਦਗੀ ਜੰਮਣ ਲੱਗ ਜਾਂਦੀ ਆ ਤੇ ਉਹੀ ਟੌਕਸਿਨ, ਉਹੀ ਗੰਦਗੀ ਸਾਡੀ ਨਾੜੀਆਂ ਦੇ ਵਿੱਚ ਜੰਮ ਜਾਂਦੀ ਆ, ਜਿਹਦੇ ਕਾਰਨ ਖੂਨ ਗੰਦਾ ਹੋਣਾ ਤੇ ਗਾੜਾ ਹੋਣਾ ਸ਼ੁਰੂ ਹੋ ਜਾਂਦਾ ਹੈ ਤੇ ਉਸੇ ਕਾਰਨ ਨਾੜਾਂ ਕਮਜ਼ੋਰ ਪੈ ਜਾਂਦੀਆਂ ਤੇ ਜਿੱਥੋਂ ਤੱਕ ਕਿ ਦਿਲ ਨਾਲ ਜੁੜੇ ਰੋਗਾਂ ਦਾ ਕਾਰਨ ਵੀ ਇਹ ਨਾੜਾਂ ਦੀ ਕਮਜ਼ੋਰੀ ਹੀ ਹੁੰਦੀ ਹੈ। ਦੇਖੋ ਜੇਕਰ ਅਸੀਂ ਆਪਣੇ ਪੂਰੇ ਸਰੀਰ ਨੂੰ ਤੰਦਰੁਸਤ ਰੱਖਣਾ ਚਾਹੁੰਦੇ ਹਾਂ ਤਾਂ ਸਾਡੇ ਸਰੀਰ ਦੇ ਨਰਵਸ ਸਿਸਟਮ ਦਾ ਮਜ਼ਬੂਤ ਹੋਣਾ ਬਹੁਤ ਹੀ ਜ਼ਰੂਰੀ ਆ, ਕਿਉਂਕਿ ਸਾਡੇ ਸਰੀਰ ਦੀਆਂ ਨਾੜੀਆਂ ਹੀ ਸਾਡੇ ਸਰੀਰ ਦਾ ਇੱਕ ਮਹੱਤਵਪੂਰਨ ਅੰਗ ਆ ਜੋ ਕਿ ਸਾਡੀ ਪੂਰੀ ਬਾਡੀ ਨੂੰ ਖੂਨ ਦੀ ਸਪਲਾਈ ਕਰਦੀਆਂ, ਜਾਨੀ ਕਿ ਖੂਨ ਸੰਚਾਰਿਤ ਕਰਦੀਆਂ ਆ। ਦੇਖੋ ਜਦੋਂ ਸਾਡੇ ਸਰੀਰ ਦੀਆਂ ਨਾੜੀਆਂ ਕਮਜ਼ੋਰ ਪੈਂਦੀਆਂ ਆ ਤਾਂ ਉਦੋਂ ਸਾਡੇ ਸਰੀਰ ਦੇ ਅੰਗ ਕਮਜ਼ੋਰ ਹੁੰਦੇ ਆ, ਮਾਸਪੇਸ਼ੀਆਂ ਕਮਜ਼ੋਰ ਹੁੰਦੀਆਂ ਆ, ਜੋ ਕਿ ਕਈ ਸਾਰੇ ਰੋਗਾਂ ਦਾ ਕਾਰਨ ਬਣ ਸਕਦੀ ਆ। ਇਸ ਲਈ ਸਮਾਂ ਰਹਿੰਦੇ ਹੀ ਇਸ ਵੱਲ ਧਿਆਨ ਦੇਣਾ ਬਹੁਤ ਜ਼ਰੂਰੀ ਆ। ਤਾਂ ਚਲੋ ਦੋਸਤੋ ਹੁਣ ਅਸੀਂ ਤੁਹਾਨੂੰ ਦੱਸਦੇ ਹਾਂ ਉਸ ਘਰੇਲੂ ਜ਼ਬਰਦਸਤ ਤੇ ਪਾਵਰਫੁਲ ਉਪਾਅ ਦੇ ਬਾਰੇ ਜਿਸ ਦੇ ਪ੍ਰਯੋਗ ਨਾਲ ਤੁਸੀਂ ਇਸ ਨਾੜੀਆਂ ਦੀ ਕਮਜ਼ੋਰੀ ਨੂੰ ਦੂਰ ਕਰ ਸਕਦੇ ਹਾਂ। ਤਾਂ ਦੋਸਤੋ ਇਸ ਨੁਸਖੇ ਨੂੰ ਬਣਾਉਣ ਦੇ ਲਈ ਤੁਹਾਨੂੰ 3 ਤੋਂ 4 ਚੀਜ਼ਾਂ ਦੀ ਲੋੜ ਪੈਣੀ ਹੈ, ਜੋ ਕਿ ਤੁਹਾਨੂੰ ਬੜੀ ਆਸਾਨੀ ਦੇ ਨਾਲ ਹੀ ਮਿਲ ਜਾਣਗੀਆਂ। ਦੇਖੋ ਜੋ ਇਸ ਨੁਸਖੇ ਦੀ ਮੁੱਖ ਸਮੱਗਰੀ ਆ ਉਹ ਹੈ ਦਾਲਚੀਨੀ, ਵੱਡੀ ਇਲਾਇਚੀ ਤੇ ਲੌਂਗ। ਦੇਖੋ ਚੌਥੀ ਚੀਜ਼ ਤੁਸੀਂ ਪਿਓਰ ਸ਼ਹਿਦ ਲੈਣਾ ਹੈ ਜਾਂ ਫਿਰ ਤੁਸੀਂ ਗੁੜ ਲੈ ਸਕਦੇ ਆ। ਦੇਖੋ ਇਹ 4 ਚੀਜ਼ਾਂ ਬਹੁਤ ਹੀ ਗੁਣਕਾਰੀ ਹੁੰਦੀਆਂ ਹੈ। ਦੋਸਤੋ ਤੁਸੀਂ ਇਸ ਨੁਸਖੇ ਨੂੰ ਤਿਆਰ ਕਿੱਦਾਂ ਕਰਨਾ ਹੈ, ਦੇਖੋ ਸਭ ਤੋਂ ਪਹਿਲਾਂ ਇੱਕ ਪੈਨ ਲਓ। ਹੁਣ ਇਸ ਵਿੱਚ 1 ਗਲਾਸ ਪਾਣੀ ਦਾ ਪਾ ਦਿਓ। ਉਸ ਤੋਂ ਬਾਅਦ ਗੈਸ ਚੁੱਲ੍ਹੇ ਤੇ ਚੜਾ ਕੇ ਗੈਸ ਚੁੱਲ੍ਹੇ ਨੂੰ ਔਨ ਕਰ ਦਿਓ। ਇਸ ਤੋਂ ਬਾਅਦ ਹੁਣ ਤੁਸੀਂ ਅੱਧੇ ਕੁ ਇੰਚ ਦਾ ਦਾਲਚੀਨੀ ਦਾ ਟੁਕੜਾ ਇਸ ਪੈਨ ਵਿੱਚ ਪਾ ਦਿਓ, ਜਾਂ ਫਿਰ ਜੇ ਤੁਹਾਡੇ ਕੋਲ ਦਾਲਚੀਨੀ ਦਾ ਪਾਊਡਰ ਆ ਤਾਂ ਤੁਸੀਂ 2 ਤੋਂ 3 ਗ੍ਰਾਮ ਦੀ ਮਾਤਰਾ ਦੇ ਵਿੱਚ ਦਾਲਚੀਨੀ ਦਾ ਪਾਊਡਰ ਇਸ ਪੈਨ ਦੇ ਵਿੱਚ ਪਾਣਾ ਹੈ। ਉਸ ਤੋਂ ਬਾਅਦ ਹੁਣ ਤੁਸੀਂ ਇਸ ਵਿੱਚ 1 ਵੱਡੀ ਇਲਾਇਚੀ ਤੇ 1 ਲੌਂਗ ਨੂੰ ਚੰਗੀ ਤਰ੍ਹਾਂ ਪੀਸ ਕੇ ਇਸ ਪੈਨ ਦੇ ਵਿੱਚ ਪਾਣਾ ਹੈ। ਦੋਸਤੋ ਇਹਨਾਂ ਚੀਜ਼ਾਂ ਦੀ ਮਾਤਰਾ ਦਾ ਖਾਸ ਧਿਆਨ ਰੱਖਣਾ ਹੈ। ਤੇ ਦੇਖੋ ਹੁਣ ਤੁਸੀਂ ਇਸ ਪਾਣੀ ਨੂੰ ਚੰਗੀ ਤਰ੍ਹਾਂ ਉਬਾਲਣਾ ਹੈ ਤੇ ਇਹਨੂੰ ਤਦ ਤੱਕ ਉਬਾਲਣਾ ਹੈ ਜਦੋਂ ਤੱਕ ਪਾਣੀ ਦਾ ਅੱਧਾ ਗਲਾਸ ਨਾ ਰਹਿ ਜਾਵੇ। ਤੇ ਜਦੋਂ ਉਬਲ ਕੇ ਪਾਣੀ ਦਾ ਅੱਧਾ ਗਲਾਸ ਰਹਿ ਗਿਆ, ਫਿਰ ਤੁਸੀਂ ਇਸ ਨੂੰ ਕਿਸੇ ਮੱਗ ਦੇ ਵਿੱਚ ਜਾਂ ਕੱਪ ਦੇ ਵਿੱਚ ਪੁਣ ਕੇ ਛਾਣ ਲੈਣਾ ਹੈ। ਦੇਖੋ ਉਸ ਤੋਂ ਬਾਅਦ ਹੁਣ ਤੁਸੀਂ ਇਸ ਵਿੱਚ 1 ਚਮਚ ਸ਼ਹਿਦ ਜਾਂ ਫਿਰ ਅੱਧਾ ਚਮਚ ਗੁੜ ਪਾ ਕੇ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲੈਣਾ ਹੈ। ਤਾਂ ਦੋਸਤੋ ਹੁਣ ਇਹ ਸਾਡਾ ਨੁਸਖਾ ਬਣ ਕੇ ਤਿਆਰ ਹੋ ਚੁੱਕਾ ਹੈ। ਤੁਸੀਂ ਇਸ ਦਾ ਸੇਵਨ ਦਿਨ ਦੇ ਵਿੱਚ 1 ਵਾਰ ਕਰਨਾ ਹੈ। ਤੇ ਦੇਖੋ ਇਸ ਨੂੰ ਲੈਣ ਦਾ ਸਹੀ ਸਮਾਂ ਪਤਾ ਹੋਣਾ ਵੀ ਬਹੁਤ ਜ਼ਰੂਰੀ ਹੈ। ਤੁਸੀਂ ਇਸ ਦਾ ਸੇਵਨ ਸਵੇਰੇ ਖਾਣਾ ਖਾਣ ਤੋਂ ਅੱਧਾ ਘੰਟਾ ਪਹਿਲਾਂ ਜਾਂ ਫਿਰ ਖਾਣਾ ਖਾਣ ਦੇ ਅੱਧਾ ਘੰਟਾ ਬਾਅਦ ਵਿੱਚ ਕਰ ਸਕਦੇ ਆ, ਜਾਂ ਫਿਰ ਤੁਸੀਂ ਸ਼ਾਮ ਨੂੰ 4 ਤੋਂ 5 ਵਜੇ ਦੇ ਵਿੱਚ ਇਸ ਦਾ ਸੇਵਨ ਕਰ ਸਕਦੇ ਆ। ਦੋਸਤੋ ਇਸ ਨੁਸਖੇ ਨੂੰ ਲੈਣ ਦੇ ਨਾਲ ਸਾਡੇ ਸਰੀਰ ਦਾ ਬਲੱਡ ਸਰਕੂਲੇਸ਼ਨ ਵਧੀਆ ਹੁੰਦਾ ਹੈ, ਜੋ ਕਿ ਸਾਡੇ ਸਰੀਰ ਦੀਆਂ ਨਾੜੀਆਂ ਦੀ ਕਮਜ਼ੋਰੀ ਨੂੰ ਠੀਕ ਕਰਨ ਦੇ ਨਾਲ ਨਾਲ ਨਾੜੀਆਂ ਦੀ ਬਲੌਕੇਜ ਨੂੰ ਖੋਲ੍ਹਣ ਦੇ ਵਿੱਚ ਵੀ ਇਹ ਨੁਸਖਾ ਬਹੁਤ ਮਦਦ ਕਰਦਾ ਹੈ।
ਕਿਉਂਕਿ ਇਹ ਸਾਡੇ ਖੂਨ ਨੂੰ ਸਾਫ਼ ਕਰਨ ਦਾ ਕੰਮ ਕਰਦਾ ਹੈ। ਤੇ ਇਹਦੇ ਨਾਲ ਹੀ ਦੇਖੋ ਤੁਸੀਂ ਆਪਣੀ ਸਹੀ ਡਾਈਟ ਦਾ ਵੀ ਖਾਸ ਖਿਆਲ ਰੱਖਣਾ ਹੈ, ਜਿਸ ਵਿੱਚ ਤੁਸੀਂ ਵਿਟਾਮਿਨ B12 ਤੋਂ ਬਣੇ ਸਪਲੀਮੈਂਟ ਵੀ ਲੈ ਸਕਦੇ ਆ ਜਾਂ ਫਿਰ ਤੁਸੀਂ ਇਹਨਾਂ ਨੂੰ ਡਾਈਟ ਦੇ ਜ਼ਰੀਏ ਵੀ ਪੂਰਾ ਕਰ ਸਕਦੇ ਆ। ਤੇ ਮੈਂ ਤੁਹਾਨੂੰ ਦੱਸ ਦਵਾਂ ਕਿ ਵਿਟਾਮਿਨ B12 ਦੀ ਕਮੀ ਦੇ ਕਾਰਨ ਹੀ ਨਸਾਂ ਦੀ ਕਮਜ਼ੋਰੀ ਆਉਂਦੀ ਆ। ਇਸ ਲਈ ਤੁਸੀਂ ਦੁੱਧ, ਲੱਸੀ ਜਾਂ ਦਹੀਂ ਇਹਨਾਂ ਤਿੰਨਾਂ ਵਿੱਚੋਂ ਕੋਈ ਵੀ ਇੱਕ ਚੀਜ਼ ਰੋਜ਼ਾਨਾ ਆਪਣੀ ਡਾਈਟ ਦੇ ਵਿੱਚ ਸ਼ਾਮਿਲ ਜ਼ਰੂਰ ਕਰੋ ਤੇ ਆਪਣੀ ਡਾਈਟ ਦੇ ਵਿੱਚ ਹਰੀਆਂ ਸਬਜ਼ੀਆਂ ਸ਼ਾਮਿਲ ਕਰੋ, ਜਿਵੇਂ ਕਿ ਪਾਲਕ, ਸਾਗ ਜਾਂ ਮੇਥੀ ਦੀ ਸਬਜ਼ੀ ਖਾਓ। ਤਾਂ ਦੋਸਤੋ ਅੱਜ ਦੇ ਲਈ ਇੰਨਾ ਹੀ। ਉਮੀਦ ਹੈ ਕਿ ਤੁਹਾਨੂੰ ਇਹ ਜਾਣਕਾਰੀ ਵਧੀਆ ਲੱਗੀ ਹੋਵੇਗੀ। ਤੁਸੀਂ ਹਮੇਸ਼ਾ ਫਿੱਟ ਰਹੋ, ਤੰਦਰੁਸਤ ਰਹੋ, ਇਹੀ ਅਸੀਂ ਚਾਹੁੰਦੇ ਹਾਂ।